ਅਖੰਡ ਸ਼ਬਦ ਆਪਾਂ ਸਰਵਣ ਕਰ ਰਹੇ ਸੀ, ਹੁਕਮਨਾਮਾ ਸਰਵਣ ਕੀਤਾ। ਆਓ ਕੁਝ ਸਮੇਂ ਦੇ ਲਈ ਸ਼ਬਦ ਵਿਚਾਰ ਦੇ ਨਾਲ ਸਾਂਝ ਬਣਾਉਣ ਦਾ ਯਤਨ ਕਰੀਏ। ਸਤਿਗੁਰੂ ਕੀ ਬਖਸ਼ਿਸ਼ ਕਰਦੇ ਨੇ, ਕੀ ਕਿਰਪਾ ਕਰਦੇ ਨੇ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਕ ਜੋ ਲੜੀਵਾਰ ਬਸੰਤ ਰਾਗ ਹੈ, ਉਸ ਦੇ ਉੱਪਰ ਸ਼ੁਭਤ ਸ਼ਬਦ ਹੈ ਬਸੰਤ ਮਹੱਲਾ ਪੰਜਵਾਂ। ਪਹਿਲਾਂ ਸ਼ਬਦ ਨਾਲ ਆਪਾਂ ਨੇ ਸਾਂਝ ਸਰਵਣ ਕਰਨਾ। ਉਸ ਉਪਰੰਤ ਸਤਿਗੁਰੂ ਦੁਆਰਾ ਬਖਸ਼ੀ ਮਤ ਬੁੱਧ ਦੁਆਰਾ ਆਪਾਂ ਵਿਚਾਰਾਂ ਕਰਨੀਆਂ ਨੇ ਕਿ ਸਤਿਗੁਰੂ ਸਾਨੂੰ ਕੀ ਬਖਸ਼ਿਸ਼ ਕਰਦੇ ਨੇ। ਬਸੰਤ ਮਹੱਲਾ ਪੰਜਵਾਂ। ਜਿਸ ਬੋਲਤ ਮੁਖ ਪਵਿੱਤ ਹੋਏ, ਜਿਸ ਸਿਮਰਤ ਨਿਰਮਲ ਹੈ ਸੋਏ। ਜਿਸ ਆਰਾਧੈ ਜਮ ਕਿਛ ਨਾ ਕਹੈ, ਜਿਸ ਕੀ ਸੇਵਾ ਸਭ ਕਿਛ ਲਹੈ। ਰਾਮ ਰਾਮ ਬੋਲ ਰਾਮ ਰਾਮ, ਤਿਆਗੋ ਮਨ ਕੇ ਸਗਲ ਕਾਮ ਰਹਾਉ। ਜਿਸ ਕੇ ਧਾਰੇ ਧਰਨ ਆਕਾਸ਼, ਘਟ ਘਟ ਜਿਸ ਕਾ ਹੈ ਪ੍ਰਗਾਸ। ਜਿਸ ਸਿਮਰਤ ਪਤਤ ਪਨੀਤ ਹੋਏ, ਅੰਤ ਕਾਲ ਵਿੱਚ ਫਿਰ ਨਾ ਰੋਏ। ਸਗਲ ਧਰਮ ਮੈਂ ਊਤਮ ਧਰਮ, ਕਰਮ ਕਰਤੂਤ ਕੈ ਊਪਰ ਕਰਮ। ਜਿਸ ਕੋ ਚਾਹੈ ਸੁਰ ਨਰ ਦੇਵ, ਸੰਤ ਸਭਾ ਕੀ ਲਗਹੁ ਸੇਵ। ਆਦਿ ਪੁਰਖ ਜਿਸ ਕੀ ਆਦਾਨ, ਤਿਸ ਕੋ ਮਿਲਿਆ ਹਰ ਨਿਧਾਨ। ਤਿਸ ਕੀ ਗਤ ਮਿਤ ਕਹੀ ਨਾ ਜਾਏ, ਨਾਨਕ ਜਨ ਹਰ ਹਰ ਧਿਆਏ। ਪੰਨਾ 1182 ਦੇ ਉੱਪਰ ਇਹ ਸ਼ਬਦ ਸੁਸ਼ੋਭਿਤ ਹੈ। ਸੋ ਸਤਿਗੁਰੂ ਸਾਨੂੰ ਕੀ ਬਖਸ਼ਿਸ਼ ਕਰਦੇ ਨੇ ਕਿ ਜਿਸ ਬੋਲਤ ਮੁਖ ਪਵਿੱਤ ਹੋਏ। ਪਹਿਲਾਂ ਆਪਾਂ ਥੋੜ੍ਹਾ ਇਹ ਦੇਖਣਾ ਵੀ ਮੁੱਖ ਪਵਿੱਤਰ ਕਿਵੇਂ ਹੁੰਦਾ, ਸੁੱਚਾ ਕਿਵੇਂ ਹੁੰਦਾ। ਥੋੜ੍ਹੀ ਜਿਹੀ ਆਪਾਂ ਵੇਰਵੇ ਲਈਏ, ਕਿਉਂਕਿ ਨਾਮ ਜਪਤ ਗੋਬਿੰਦ ਕਾ ਸੂਚੀ ਭਈ ਰਸਨਾ। ਗੋਬਿੰਦ ਦਾ ਨਾਮ ਜਪਣ ਨਾਲ ਰਸਨਾ ਸੁੱਚੀ ਹੋ ਜਾਂਦੀ ਹੈ। ਹੁਣ ਇੱਥੇ ਤੱਕ ਪਹੁੰਚਣ ਦੇ ਲਈ ਕੀ ਯਤਨ ਕਰਨੇ ਚਾਹੀਦੇ ਕਿ ਸਾਡੀ ਰਸਨਾ ਸੁੱਚੀ ਹੋ ਜਾਏ। ਕਿਉਂਕਿ ਜਨਮ ਜਮਾਂਤਰਾਂ ਤੋਂ ਸਾਡੀ ਇੱਕ ਬਾਦੀ ਬਣੀ ਹੋਈ ਹੈ, ਮਨੁੱਖੀ ਇੱਕ ਸੁਭਾਅ ਬਣਿਆ ਕਿ ਝੂਠ ਦਾ ਸਹਾਰਾ ਲੈ ਕੇ ਦੁਨੀਆ ਦੇ ਵਿੱਚ ਵਿਚਰਦਾ। ਬਹੁਤ ਸਾਰੇ ਆਪਣੇ ਸਵਾਰਥ ਹੱਲ ਕਰਨ ਦੀ ਕੋਸ਼ਿਸ਼ ਕਰਦਾ ਔਰ ਸੰਸਾਰਕ ਯਾਤਰਾ ਪੂਰੀ ਕਰਕੇ ਚੱਲਦਾ ਬਣਦਾ ਔਰ ਛੁਟਕਾਰਾ ਨਹੀਂ ਹੁੰਦਾ। ਮਹਾਰਾਜ ਬਚਨ ਕਰਦੇ ਕਿ ਛੂਟ ਹੈ ਸੱਚ ਕਮਾਏ। ਸੋ ਇਹ ਜੀਵਨ ਮਿਲਿਆ ਕਿ ਸੱਚ ਕਮਾਉਣਾ ਹੈ, ਰਸਨਾ ਸੁੱਚੀ ਹੋ ਜੇ। ਸੋ ਉਸ ਦੇ ਆਧਾਰ 'ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸਾਨੂੰ ਇਸ ਰਾਹੀਂ ਬਖਸ਼ਿਸ਼ ਕਰਦੇ ਨੇ ਕਿ ਜਿਸ ਬੋਲਤ ਮੁੱਖ ਪਵਿੱਤ ਹੋਏ। ਪਹਿਲੀ ਤਾਂ ਇਹ ਵੀ ਜਿਹੜੇ ਬੋਲਣ ਦੇ ਨਾਲ, ਪੜ੍ਹਨ ਨਾਲ ਜੋ ਸ਼ਬਦ ਮੁੱਖ ਪਵਿੱਤਰ ਹੁੰਦਾ ਹੈ। ਜਿਸ ਜਾਪ ਨਾਲ, ਜਿਸ ਗੁਰਮੰਤਰ ਨਾਲ ਮੂੰਹ ਪਵਿੱਤਰ ਹੁੰਦਾ ਹੈ, ਮੁੱਖ ਪਵਿੱਤਰ ਹੁੰਦਾ, ਰਸਨਾ ਪਵਿੱਤਰ ਹੁੰਦੀ ਹੈ। ਨਾਮ ਜਪਤ ਗੋਬਿੰਦ ਕਾ ਸੂਚੀ ਭਈ ਰਸਨਾ। ਹੁਣ ਇੱਥੇ ਤੱਕ ਪਹੁੰਚਣਾ ਕਿਵੇਂ, ਆਪਾਂ ਵਿਚਾਰ ਕਰਨੇ ਆ ਕਿ ਇੱਥੇ ਤੱਕ ਪਹੁੰਚਣ ਦੇ ਲਈ ਸਤਿਗੁਰਾਂ ਨੇ ਸਾਨੂੰ ਕੀ ਸੇਧ ਬਖਸ਼ਿਸ਼ ਕੀਤੀ ਹੈ ਕਿ ਕਿਵੇਂ ਜਾ ਸਕਦੇ ਹਾਂ। ਇਸ ਲਈ ਸਾਨੂੰ ਆਪਣੇ ਸਰੀਰ ਦਾ ਬੋਧ ਹੋਣਾ ਜ਼ਰੂਰੀ ਹੈ ਕਿ ਕਿਹੜੀਆਂ ਕਿਹੜੀਆਂ ਅਵਸਥਾਵਾਂ ਦੇ ਵਿੱਚੋਂ ਵਿਚਰ ਕੇ ਇੱਥੇ ਤੱਕ ਆਉਂਦਾ ਹੈ। ਸੋ ਸੰਖੇਪ ਦੇ ਵਿੱਚ ਆਪਾਂ ਵੇਰਵੇ ਲੈਣੇ ਨੇ, ਸਤਿਗੁਰੂ ਕਿਰਪਾ ਕਰਨ। ਸਭ ਤੋਂ ਪਹਿਲਾਂ ਜਿਹੜਾ ਵੇਰਵੇ ਮਿਲਦੇ ਨੇ ਪਿਛਲੇ ਮੱਤਾਂ ਦੇ ਵਿੱਚੋਂ, ਭਗਤ ਕਬੀਰ ਜੀ ਨੇ ਵੀ ਇਸ 'ਤੇ ਮੋਹਰ ਲਾਈ ਕਿ ਇਹ 6 ਚੱਕਰਾਂ ਦਾ ਸਰੀਰ ਹੈ, ਜਿਹਦੇ 'ਚ ਕਿ 6 ਚੱਕਰ ਨੇ। ਪਹਿਲਾ ਚੱਕਰ ਮੂਲਾਧਾਰ ਹੈ, ਦੂਜਾ ਸਵਾਦਿਸ਼ਠਾਨ ਹੈ, ਤੀਜਾ ਮਨੀਪੁਰ ਹੈ। ਇਸ ਤਰ੍ਹਾਂ ਪਹਿਲੇ 3 ਚੱਕਰ। ਉਸ ਤੋਂ ਬਾਅਦ ਅਨਾਹਦ ਹੈ, ਫਿਰ ਵਿਸ਼ੁੱਧ ਹੈ, ਫਿਰ ਆਗਿਆ ਹੈ। ਹੁਣ ਮਨੁੱਖ ਨੂੰ ਇਹ ਸਮਝ ਨਹੀਂ ਆਉਂਦੀ ਕਿ ਮੈਂ ਕਿਹੜੇ ਚੱਕਰ 'ਚ ਫਿਰਦਾ। ਮੂਲ ਰੂਪ ਦੇ ਵਿੱਚ ਪਿਛਲੇ ਕੀਤੇ ਸੰਸਕਾਰ ਅਤੇ ਕਰਮਾਂ ਅਨੁਸਾਰ ਸ਼ੁਰੂ ਦੇ ਵਿੱਚ ਆਮ ਨੋਰਮਲ ਮਨੁੱਖ ਮੂਲਾਧਾਰ ਦੇ ਵਿੱਚ ਹੁੰਦਾ ਹੈ, ਮੁੱਢਲੇ ਚੱਕਰ ਦੇ ਵਿੱਚ। 2 ਸਾਡੀ ਧੁੰਨੀ ਦੇ, 2 ਦਿਲ ਦੇ, 1 ਗਲ ਦੇ ਵਿੱਚ ਅਤੇ 1 ਅੱਗੇ। ਨਾਭੀ ਦੇ ਥੱਲੇ
ਨਾਭੀ ਦੇ ਉੱਤੇ, ਨਾਭੀ ਕਹਿੰਦੇ ਨੇ ਧੁੰਨੀ ਨੂੰ, ਧੁੰਨੀ ਜਿਹਨੂੰ ਆਪਾਂ ਕਹਿੰਦੇ ਹਾਂ ਪੰਜਾਬੀ 'ਚ, ਜਿੱਥੇ ਨਾੜੂਆ ਹੁੰਦਾ, ਇੱਕ ਥੱਲੇ ਇੱਕ ਉੱਪਰ, ਇੱਕ ਹਿਰਦੇ ਦੇ ਹੇਠਾਂ ਇੱਕ ਉੱਪਰ, ਇੱਕ ਗਲ ਦੇ ਵਿੱਚ ਇੱਕ ਉੱਪਰ। ਇਹ 6 ਚੱਕਰ ਨੇ, ਕਿਉਂਕਿ ਕੁਦਰਤ ਦਾ ਇੱਕ ਵਿਧਾਨ ਹੈ, ਜਿਹੜੀ ਸ਼ਕਤੀ ਹੈ ਜੋ ਮਾਲਕ ਨੇ, ਪਰਮਾਤਮਾ ਨੇ ਸਾਨੂੰ ਬਖਸ਼ਿਸ਼ ਕੀਤੀ ਹੈ। ਸ਼ਕਤੀ ਦਾ ਇੱਕ ਸੁਭਾਅ ਹੁੰਦਾ ਕਿ ਜੇ ਤਾਂ ਉਹਦਾ ਸਹੀ ਪ੍ਰਯੋਗ ਕਰ ਲਿਆ ਜਾਵੇ ਫਿਰ ਉਹ ਤੋਂ ਉਹ ਲਾਭ ਉਠਾਇਆ ਜਾ ਸਕਦਾ। ਅਗਰ ਉਹਦਾ ਨਹੀਂ ਸਹੀ ਪ੍ਰਯੋਗ ਕੀਤਾ ਜਾਂਦਾ ਤਾਂ ਉਹ ਨਿਵਾਣ ਵੱਲ ਨੂੰ ਚੱਲਦੀ ਹੈ। ਸੁਰਤ ਸਾਨੂੰ ਇੱਕ ਸ਼ਕਤੀ ਦਿੱਤੀ ਹੈ। ਸੁਰਤ ਉਹ 6ਵੇਂ ਚੱਕਰ ਤੱਕ ਕਿਵੇਂ ਜਾਊਗੀ, ਰਸਨਾ ਸੁੱਚੀ ਕਿਵੇਂ ਹੋਊਗੀ, ਸੋ ਸਤਿਗੁਰੂ ਸਾਨੂੰ ਇਹ ਵਿਧਾਨ ਦੱਸਦੇ ਨੇ ਅਤੇ ਸਾਨੂੰ ਕੀ ਕਰਨਾ ਚਾਹੀਦਾ, ਕਿਵੇਂ ਸਾਨੂੰ ਪਤਾ ਲੱਗੂਗਾ ਵੀ ਇਹ ਸੁੱਚੀ ਹੋ ਗਈ। ਸੋ ਇਹ ਸ਼ਬਦ ਦੇ ਰਾਹੀਂ ਆਪਾਂ ਯਤਨ ਕਰਨੇ ਨੇ, ਸਤਿਗੁਰੂ ਮਿਹਰ ਕਰਨ ਕਿ ਪਹਿਲਾ ਜੋ ਸਾਡਾ ਚੱਕਰ ਹੈ ਉਹ ਹੈ ਮੂਲਾ ਆਧਾਰ, ਜਿਹਦੇ ਵਿੱਚ ਸਾਰਾ ਪਸ਼ੂ ਜਗਤ ਵੀ ਹੈ, ਅਸੀਂ ਵੀ ਹਾਂ, ਜਿਹਦੇ ਵਿੱਚ ਬਿਰਤੀਆਂ ਨਿਵਾਣ ਵੱਲ ਚੱਲਦੀਆਂ ਨੇ, ਗਿਰਾਵਟ ਵੱਲ ਚੱਲਦੀਆਂ ਨੇ। ਧਨ, ਰੂਪ, ਪਦਾਰਥ, ਇੰਦਰੀਆਂ ਦਾ ਰਸ, ਤ੍ਰਿਸ਼ਨਾ, ਇਹ ਸਾਰਾ ਕੁਛ ਧਰਤੀ ਤੋਂ ਸਾਨੂੰ ਮਿਲਿਆ ਔਰ ਅਸੀਂ ਇਹਦੀ ਇੱਕ ਪਕੜ ਦੇ ਨਾਲ, ਕਸ਼ਿਸ਼ ਦੇ ਨਾਲ ਲੱਗੇ ਹੋਏ ਹਾਂ। ਮੁੜ ਮੁੜ ਸਾਡੀ ਸੁਰਤ ਧਨ 'ਚ ਜਾਂਦੀ ਹੈ, ਮੁੜ ਮੁੜ ਸਾਡੀ ਸੁਰਤ ਰੂਪ 'ਚ ਜਾਂਦੀ ਹੈ, ਮੁੜ ਮੁੜ ਸਾਡੀ ਸੁਰਤ ਇੰਦਰੀਆਂ ਦੇ ਰਸ 'ਚ ਜਾਂਦੀ ਹੈ, ਪਦਾਰਥਾਂ 'ਚ ਜਾਂਦੀ ਹੈ, ਥੱਲੇ ਨੂੰ ਜਾਂਦੀ ਹੈ ਸ਼ਕਤੀ। ਅਸੀਂ ਉਹਨਾਂ ਦੇ ਜੋ ਗੁਲਤਾਨ ਹੋਏ ਰਹਿੰਦੇ ਹਾਂ, ਅੱਗੇ ਚੱਲਦੇ ਹੀ ਨਹੀਂ ਹੈ ਪਹਿਲੇ ਚੱਕਰ 'ਚ। ਸੋ ਜਦੋਂ ਹੀ ਮਹਾਰਾਜ ਦੀ ਕਿਰਪਾ ਹੁੰਦੀ ਹੈ, ਬਖਸ਼ਿਸ਼ ਹੁੰਦੀ ਹੈ, ਇਹ ਚੱਕਰ ਅਕਾਲ ਪੁਰਖ ਵਾਹਿਗੁਰੂ ਗੁਰੂ ਦੀ ਬਾਣੀ ਸੁਣਨ ਸਦਕਾ, ਜਾਪ ਸਦਕਾ, ਸਤ ਸੰਗਤ ਕਰਨ ਸਦਕਾ, ਇਹ ਤੋਂ ਉੱਪਰ ਉੱਠਦੀ ਹੈ ਸ਼ਕਤੀ, ਇਹਨੂੰ ਕਰੋਸ ਕਰਦੀ ਹੈ। ਤਾਂ ਸਭ ਤੋਂ ਪਹਿਲੀ ਗੱਲ ਕੀ ਹੁੰਦੀ ਹੈ ਕਿ ਜਿੰਨੇ ਕਾਮ ਦੇ ਰਸ ਨੇ ਉਹ ਫਿੱਕੇ ਲੱਗਣੇ ਸ਼ੁਰੂ ਹੋ ਜਾਂਦੇ ਨੇ, ਸਮਝ ਆ ਜਾਂਦੀ ਹੈ ਕਿ ਇਹ ਕੁਛ ਵੀ ਨਹੀਂ ਹੈ। ਰਾਮ ਰਸ ਇੱਕ ਹੈ, ਕਾਮ ਰਸ, ਇਛਾਵਾਂ ਦੇ ਰਸ, ਧਨ, ਰੂਪ, ਪਦਾਰਥਾਂ ਦੇ ਰਸ। ਬਸ ਇਹ ਮੰਨਿਆ ਜਾ ਸਕਦਾ ਹੈ ਕਿ ਨਾ ਮਾਤਰ ਰਹਿ ਜਾਂਦਾ, ਜਿਵੇਂ ਕਹਿੰਦੇ ਵੀ ਸੱਪ ਤਾਂ ਲੰਘ ਗਿਆ ਅਤੇ ਲਕੀਰ ਮਾਤਰ ਰਹਿ ਗਈ, ਇੰਨਾ ਕੁ ਰਹਿ ਜਾਂਦਾ ਬਸ। ਉੱਥੇ ਇਹ ਗੱਲ ਖਤਮ ਹੋ ਜਾਂਦੀ ਹੈ। ਜੋ ਚਮੜੀ ਰਸ ਹੈ, ਜੋ ਵੀ ਦੁਨੀਆ ਦੇ ਰਸ ਨੇ, ਜੋ ਤ੍ਰਿਸ਼ਨਾਵਾਂ ਨੇ, ਇਹ ਸੋਝੀ ਹੋਣ ਸਦਕਾ ਅਗਲੇ 'ਤੇ ਚਲਾ ਗਿਆ, ਧੁਨੀ ਤੋਂ ਅਗਲੇ 'ਤੇ ਚਲਾ ਗਿਆ, ਮੂਲਾਧਾਰ ਤੋਂ ਸਵਾਦੀ ਸਥਾਨ 'ਚ ਚਲਾ ਗਿਆ। ਉਸ ਚੱਕਰ ਦੇ ਵਿੱਚ ਕੀ ਹੁੰਦਾ ਹੈ, ਨਾਮ ਲਗਾਤਾਰ ਜਪਣ ਸਦਕਾ, ਬਾਣੀ ਪੜ੍ਹਨ ਸਦਕਾ, ਸਤ ਸੰਗਤ ਕਰ ਸੇਵਾ, ਜੋ ਗੁਰੂ ਸਾਹਿਬ ਨੇ ਸਾਨੂੰ ਹੁਕਮ ਬਖਸ਼ਿਸ਼ ਕੀਤੇ ਨੇ, ਉਹਨਾਂ ਦੀਆਂ ਪ੍ਰਾਪਤੀਆਂ ਸਦਕਾ ਦੂਜੇ ਚੱਕਰ ਦੇ ਵਿੱਚ ਸ਼ਕਤੀ ਚਲੀ ਜਾਂਦੀ ਹੈ। ਔਰ ਉੱਥੇ ਜਾ ਕੇ 2 ਗੱਲਾਂ ਖਤਮ ਹੁੰਦੀਆਂ ਨੇ, ਇੱਕ ਭੈ, ਇੱਕ ਭਰਮ, ਮੌਤ ਦਾ ਡਰ। ਕੋਈ ਮੌਤ ਦਾ ਡਰ ਨਹੀਂ, ਕਿਉਂਕਿ ਇਹ ਇਕੱਠੇ ਚੱਲਦੇ ਨੇ, ਭੈ ਅਤੇ ਭਰਮ ਇਕੱਠੇ ਚੱਲਦੇ ਨੇ। ਜੇ ਭਰਮ ਹੈ ਤਾਂ ਭੈ ਹੈ, ਜੇ ਭਰਮ ਹੀ ਨਹੀਂ ਹੈ ਫਿਰ ਭੈ ਕਾਹਦਾ। ਦੂਜੇ ਦੇ ਵਿੱਚ ਜਾ ਕੇ ਮੌਤ ਦਾ ਡਰ ਖਤਮ ਹੁੰਦਾ, ਪਹਿਲੇ 'ਚ ਪੂਰਨ ਰੂਪ 'ਚ ਬਣਿਆ ਰਹਿੰਦਾ, ਦੂਜੇ 'ਚ ਉਸਦਾ ਇਹ ਭੈ ਅਤੇ ਭਰਮ ਚੱਕਿਆ ਜਾਂਦਾ ਹੈ ਕਿ ਵੀ ਇਹ ਮਰਦੇ ਹੀ ਨਹੀਂ ਹੈ, ਜੀਵ ਮਰਦੇ ਹੀ ਨਹੀਂ ਹੈ, ਇਹ ਆਤਮਤ ਅਮਰ ਹੈ। ਅੰਸ਼ ਮਾਤਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਸੋਝੀ ਉਹਨੂੰ ਆਉਣੀ ਸ਼ੁਰੂ ਹੋ ਜਾਂਦੀ ਹੈ। ਹੋਰ ਅੱਗੇ ਚੱਲਿਆ, ਸਾਧਨਾ ਬਰਕਰਾਰ ਰਹੀ, ਨਿਤ ਨੇਮ ਗੁਰਬਾਣੀ ਦਾ ਪਾਠ ਸੁਣਨਾ, ਵਿਚਾਰਨਾ, ਉਸ ਗੁਰੂ ਦੇ ਹੁਕਮ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰਦਾ ਤਾਂ ਅੱਗੇ ਚੱਲਦਾ ਹੈ। ਅੱਗੇ ਕਿਹੜਾ ਹੈ, ਮੂਲਾਧਾਰ, ਸਵਾਦਿਸ਼ਠਾਨ ਤੋਂ ਬਾਅਦ ਮਨੀਪੁਰ ਚੱਕਰ, ਜਿੱਥੇ ਜਾ ਕੇ ਜਿੰਨੇ ਸਾਡੇ ਫੁਰਨੇ ਨੇ, ਵਾਧੂ ਦਾ ਬੋਝ ਹੈ, ਬਹੁਤ ਚੱਲਦੇ ਹਾਂ ਆਪਾਂ, ਆਪਦੇ ਆਪ ਨੂੰ ਚੈੱਕ ਕਰੀਏ, ਬਗੈਰ ਮਤਲਬ ਦੇ ਚੱਲਦੇ ਹਾਂ। ਰਾਤ ਨੂੰ ਵੀ ਚੱਲਦੇ ਹਾਂ, ਦਿਨੇ ਵੀ ਚੱਲਦੇ ਹਾਂ, ਹੁਣ ਵੀ ਚੱਲੀ ਜਾਂਦੇ ਹਾਂ। ਆਪਾਂ ਆਪਣੇ ਚੈੱਕ ਕਰੀਏ, ਹੁਣ ਕਿਹੜਾ ਆਪਾਂ ਇਕੱਲੀ ਗੁਰਬਾਣੀ ਸੁਣ ਰਹੇ, ਮਾਫ਼ ਕਰਨਾ, ਵਿੱਚ ਫੁਰਨੇ ਚੱਲੀ ਜਾ ਰਹੇ। ਫੁਰਨਿਆਂ ਦਾ ਭਾਰ, ਫੁਰਨਿਆਂ ਦਾ ਬੋਝ ਉਹ ਖਤਮ ਹੋ ਜਾਂਦਾ, ਘਟ ਜਾਂਦੇ ਆ, ਬਿਲਕੁਲ ਹੀ ਘਟ ਜਾਂਦੇ ਆ। ਔਰ ਉਹ ਜਿਹੜੇ ਬੇਕਾਰ ਦੀਆਂ ਐਵੇਂ ਸੋਚਾਂ ਕਰੀ ਜਾਂਦਾ ਵੀ ਆਹ ਕਰ ਲਈ, ਉਹ ਕਰ ਲਈ, ਉਹ ਘਟ ਜਾਂਦੀਆਂ, ਘਟਣੇ ਸ਼ੁਰੂ ਹੋ ਗਏ। ਹਿਰਦੇ ਦੇ ਥੱਲੇ ਮਨੀਪੁਰ, ਮੂਲਾਧਾਰ, ਸਵਾਦਿਸ਼ਠਾਨ, ਮਨੀਪੁਰ। ਉਸ ਤੋਂ ਅੱਗੇ ਆਉਂਦਾ ਅਨਾਹਦ, ਜਿੱਥੇ ਜਾ ਕੇ ਬ੍ਰਹਮ ਬਾਣੀ ਸੁਣਨ ਜੋਗਾ ਹੋ ਜਾਂਦਾ ਹੈ। ਇਹ ਸੁਣਨੀ ਔਖੀ ਹੈ, ਮਾਫ਼ ਕਰਨਾ।
ਸੁਣੀ ਤਾਂ ਜਾਊਗੀ, ਇਹ ਰਸ ਤਾਂ ਵੱਜੂਗਾ ਜੇ ਉਸ ਅਵਸਥਾ 'ਚ ਬਾਜੇ ਅਨਹਦ ਤੂਰੇ। ਉਹ ਕਿੱਥੇ ਹੈ? ਹਿਰਦੇ ਦੇ ਉੱਪਰ। ਹੁਣ ਧੁਨੀ ਦੇ ਥੱਲੇ, ਧੁਨੀ ਦੇ ਉੱਪਰ, ਹਿਰਦੇ ਦੇ ਥੱਲੇ, ਹਿਰਦੇ ਦੇ ਉੱਪਰ, ਚੌਥੀ ਜਿਹੜੀ ਹੈਗੀ ਅਵਸਥਾ, ਜਿੱਥੇ ਚੌਥਾ ਚੱਕਰ ਹੈ, ਉੱਥੇ ਜਾ ਕੇ ਇਸ ਤਰ੍ਹਾਂ ਦੀ ਪ੍ਰਾਪਤੀ ਹੁੰਦੀ ਹੈ ਅਨਹਦ ਨਾਦ ਦੀ, ਜਿੱਥੇ ਬਿਨਾਂ ਵਜਾਏ ਇੱਕ ਰਸ ਚੱਲ ਪੈਂਦਾ ਹੈ, ਇੱਕ ਰਸ ਬਣ ਜਾਂਦਾ ਹੈ। ਇਸ ਤਰ੍ਹਾਂ ਦੀ ਹਾਲਤ ਬਣ ਜਾਂਦੀ ਹੈ। ਜਦੋਂ ਇਹ 4 ਕਰੋਸ ਕਰ ਗਈ ਸ਼ਕਤੀ, ਫਿਰ ਵਿਸ਼ੁੱਧ ਮੈਨੇ ਕੰਠ, ਗਲਾ, ਜਿੱਥੋਂ ਗਲੂਏ 'ਚੋਂ ਆਵਾਜ਼ ਰਸਨਾ ਰਾਹੀਂ ਨਿਕਲਦੀ, ਇੱਥੇ ਉਹ ਗੱਲ, ਨਾਮ ਜਪਤ ਗੋਬਿੰਦ ਕਾ ਸੂਚੀ ਭਈ ਰਸਨਾ। 4 ਸਟੈਪ ਪੂਰੇ ਕਰਨੇ ਪੈਣਗੇ ਤਾਂ ਸੂਚੀ ਹੋਊਗੀ। ਕੇਵਲ ਬਾਹਰੀ ਆਪਾਂ ਨੂੰ ਸੁੱਚਤਾ ਰੱਖਣੀ ਜ਼ਰੂਰੀ ਹੈ, ਪਰ ਉਹਦੇ ਨਾਲ ਸੁੱਚੀ ਨਹੀਂ ਹੁੰਦੀ। ਆਪਾਂ ਬਹੁਤ ਸਾਰਾ ਸੁੱਚ ਰੱਖਦੇ ਹਾਂ, ਰੱਖਣੀ ਚਾਹੀਦੀ ਹੈ, ਪਰ ਜੇ ਕਿ ਵੀ ਸਾਡੀ ਰਸਨਾ ਸੁੱਚੀ ਹੋ ਗਈ, ਹੁਣ ਝੂਠ ਬੋਲਣੋਂ ਛੱਡ ਗਈ, ਇਹ ਨਹੀਂ ਕਰਦੀ, ਝੂਠ ਤਾਂ ਫਿਰ ਵੀ ਬੋਲੀ ਜਾਂਦੀ। ਸਿਰਫ ਨਾਮ ਜਪਤ ਗੋਬਿੰਦ ਕਾ ਜਦੋਂ ਵਿਸ਼ੁੱਧ ਹੋ ਗਿਆ, ਵਿਸ਼ੁੱਧ ਮੈਂ ਹੁਣ ਬਿਲਕੁਲ ਸ਼ੁੱਧ ਹੋ ਗਿਆ, ਹੁਣ ਇਹ ਝੂਠ ਬੋਲਦੀ ਨਹੀਂ ਹੈ। ਸਾਧ ਬਚਨ ਅਟ ਲਾਧਾ, ਇਹ ਜਿਹੜਾ ਇਹਦੇ ਨਾਲ ਘਟਨਾ ਬਣਦੀ ਹੈ, ਮਨ ਇੰਨਾ ਸਾਧਿਆ ਗਿਆ ਕਿ ਜੋ ਬੋਲਦਾ ਉਹ ਹੋ ਹੀ ਜਾਂਦਾ, ਕਿਉਂਕਿ ਸੱਚੀ ਹੈ, ਸੱਚ ਨੂੰ ਤਾਂ ਕੋਈ ਨਕਾਰ ਨਹੀਂ ਸਕਦਾ। ਇਸ ਕਰਕੇ ਬਿਰਥੀ ਕਦੇ ਨਾ ਹੋਵੇ, ਇੱਥੇ ਜਾ ਕੇ ਜਨ ਬਣਦਾ ਹੈ, ਜਨ ਕੀ ਅਰਦਾਸ। ਸੋ ਇਹ ਮਿਹਨਤ ਕਰਨੀ ਹੈ। ਸਿੱਖ ਦੇ ਲਈ ਸਤਿਗੁਰਾਂ ਨੇ ਇਹ ਵਿਧਾਨ ਬਣਾਇਆ ਕਿ ਵੀ ਤੂੰ ਮਿਹਨਤ ਲਗਾਤਾਰ ਕਰਨੀ ਹੈ, ਬਾਣੀ ਪੜ੍ਹਨੀ ਹੈ, ਸੁਣਨੀ ਹੈ, ਵਿਚਾਰਨੀ ਹੈ, ਅਭਿਆਸ ਕਰਨਾ, ਸਤ ਸੰਗਤ 'ਚ ਰੋਜ਼ ਆਉਣਾ। ਜਦੋਂ ਸੰਗਤ ਤੋਂ ਪਹਿਲਾਂ ਹੁੰਦੀ ਹੈ ਇਕੱਲੀ ਸੰਗਤ, ਉਹਦਾ ਕੋਈ ਮਹਿਨਾ ਨਹੀਂ। ਇੱਥੇ ਸਤ ਸੰਗਤ, ਜਿੱਥੇ ਗੁਰੂ ਦੀ ਬਾਣੀ ਦਾ ਸੱਚ ਬਚਨ ਆਪਾਂ ਸੁਣਦੇ ਹਾਂ, ਫਿਰ ਇਹਦੇ ਅੰਦਰ ਭਾਵਨਾ ਬਣਦੀ ਹੈ ਕਿ ਮੈਂ ਹੁਣ ਸਤ ਸੰਗਤ 'ਚੋਂ ਸਤ ਬਚਨ ਕਹਿਣਾ ਸਿੱਖ ਗਿਆ। ਸਤ ਬਚਨ ਹੁਣ ਮੈਂ ਕਿੰਤੂ ਪਰੰਤੂ ਨਹੀਂ ਕਰਦਾ, ਗੁਰੂ ਦੇ ਬਚਨ ਮੈਂ ਸੁਣਦਾ, ਮੰਨਣ ਦੀ ਕੋਸ਼ਿਸ਼ ਕਰਦਾ, ਗੁਰੂ ਅੱਗੇ ਜੋਦੜੀ ਕਰਦਾ ਕਿ ਮੇਰੀ ਇਹ ਨਿਭੇ। ਸਤ ਸੰਗਤ 'ਚ ਸਤ ਬਚਨ ਕਹਿਣ ਦੀ ਸੋਝੀ ਹੋਣੀ ਹੈ। ਨਹੀਂ ਇਹਨੇ ਸਤ ਬਚਨ ਕਹਿੰਦਾ, ਨਹੀਂ ਤਾਂ ਕਿੰਤੂ ਪਰੰਤੂ ਕਰੂਗਾ ਵੀ ਨਹੀਂ ਇਹ ਨਹੀਂ ਜੀ ਠੀਕ ਹੈ, ਇਹ ਬੋਲਤਾ ਜੀ, ਉਹ ਬੋਲਤਾ ਜੀ। ਸੋ ਉੱਥੇ ਜਾ ਕੇ ਵਿਸ਼ੁੱਧ ਹੋ ਗਿਆ, ਰਸਨਾ ਤੇ ਸੱਚ ਸਵਾਰ ਹੋ ਗਿਆ। ਜੋ ਬੋਲਦਾ ਉਹੀ ਹੁੰਦਾ, ਜੋ ਵੀ ਕਹਿ ਦਿੱਤਾ, ਕਿਉਂਕਿ ਬਿਰਤੀ ਹੁੰਦੀ ਹੀ ਨਹੀਂ, ਕਿਉਂਕਿ ਰਸਨਾ ਦੇ ਉੱਤੇ ਰਾਮ ਦਾ ਬਾਸਾ ਹੋ ਗਿਆ, ਸੱਚ ਦਾ ਬਾਸਾ ਹੋ ਗਿਆ। ਜਦੋਂ ਸੱਚ ਦਾ ਬਾਸਾ ਹੋ ਗਿਆ ਫਿਰ ਸਾਰੇ ਕੁਝ ਸੱਚ ਹੈ। ਫਿਰ ਪਤਾ ਲੱਗਾ ਕਿ ਇਹ ਜੱਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ। ਪਤਾ ਲੱਗ ਗਿਆ ਕਿੱਥੋਂ ਲੱਭਣ ਜਾਣਾ। ਅਕਾਲ ਪੁਰਖ ਵਾਹਿਗੁਰੂ ਪਰਮਾਤਮਾ, ਮਾਫ਼ ਕਰਨਾ, ਇਕੱਲੇ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਵਿੱਦਿਆ ਲੈਣੀ ਸਾਡੇ ਲਈ ਜ਼ਰੂਰੀ ਹੈ, ਪਰ ਉਹ ਇਲਮ ਲੈ ਕੇ ਜਾਂ ਕੇਵਲ ਇਕੱਲਾ ਬਾਹਰੋਂ ਪੜ੍ਹਨ ਨਾਲ ਗੱਲ ਨਹੀਂ ਬਣਨੀ, ਜਿੰਨੀ ਦੇਰ ਤੱਕ ਸਾਡੇ ਅੰਦਰ ਉਹ ਪਰਖ ਵਾਲੀ ਦ੍ਰਿਸ਼ਟੀ ਨਹੀਂ ਆਉਂਦੀ ਕਿ ਵੱਡੇ ਜਿਹੜੇ ਦਿਲਾਂ ਵਾਲੇ ਲੋਕ ਨੇ, ਜਿਨ੍ਹਾਂ ਨੇ ਅਭਿਆਸ ਹੈ, ਕਮਾਈ ਹੈ, ਉਹ ਸਤ ਸੰਗਤ 'ਚੋਂ ਉਪਲਬਧ ਹੁੰਦੇ ਨੇ। ਉਹਨਾਂ ਦੇ ਵਿੱਚ ਬੈਠ ਕੇ ਵਿਚਾਰਾਂ ਕਰਨੀਆਂ, ਸਾਂਝ ਬਣਾਉਣ ਦੇ ਨਾਲ ਬਹੁਤ ਸਾਰਾ ਇਲਮ ਇਸ ਤਰ੍ਹਾਂ ਦਾ ਪੈਦਾ ਹੁੰਦਾ ਹੈ ਜਿਹੜਾ ਕਿ ਕਿਤਾਬਾਂ ਦੇ ਵਿੱਚ ਨਹੀਂ ਹੈ। ਇਸ ਲਈ ਮਹਾਰਾਜ ਨੇ ਕਿ ਪੜ੍ਹ ਗੱਡੇ ਲੱਦੀ ਵਾਲੇ ਦਾ ਮਤਲਬ ਇਹ ਹੈ ਵੀ ਇਕੱਲਾ ਕੇਵਲ ਪੁਸਤਕਾਂ ਹੀ ਨਾ ਫਰੋਲੇ ਜਾਈ, ਇਹ ਨਹੀਂ ਗੱਲ ਬਣਨੀ ਇਕੱਲੀਆਂ ਨਾਲ। ਗੱਲ ਕਦੋਂ ਬਣਨੀ ਹੈ? ਜਦੋਂ ਸ਼ਕਤੀ ਉੱਥੇ ਤੱਕ, ਜਦੋਂ ਵੀ ਅਭਿਆਸ ਛੱਡਤਾ ਥੱਲੇ ਆਉਣੀ ਹੈ। ਪਾਣੀ ਵਾਲਾ ਸੁਭਾਅ ਹੈ, ਪਾਣੀ ਨੂੰ ਉੱਪਰਲੀ ਮੰਜ਼ਿਲ 'ਤੇ ਲਿਜਾਣ ਦੇ ਲਈ ਸਾਨੂੰ ਬਲ ਦਾ ਲੋੜ ਪੈਂਦੀ ਹੈ। ਫਿਰ ਜੋ ਤਾਂ ਚੜ੍ਹਦਾ, ਨਹੀਂ ਚੜ੍ਹਦਾ, ਥੋੜ੍ਹਾ ਜਿਹਾ ਕਿਤੋਂ ਲੀਕ ਹੋ ਗਿਆ ਥੱਲੇ ਨੂੰ ਆਉਂਦਾ। ਇਹ ਗੱਲ ਸੁਰਤ ਦੀ ਹੈ। ਸੁਰਤ ਧਰਤੀ ਦੀ ਪਕੜ ਨਾਲ ਜੁੜੀ ਹੋਈ ਹੈ। ਜਦੋਂ ਗੁਰੂ ਮਹਾਰਾਜ ਦੀ ਬਾਣੀ ਆਪਾਂ ਪੜ੍ਹਦੇ ਹਾਂ, ਸੁਣਦੇ ਹਾਂ, ਸਹਿਜ ਪਾਠ ਰਾਹੀਂ, ਅਖੰਡ ਪਾਠ ਰਾਹੀਂ, ਜਿਵੇਂ ਕੀਰਤਨ ਰਾਹੀਂ, ਕਥਾ ਰਾਹੀਂ, ਸੁਰਤ ਉੱਚੀ ਉੱਠਦੀ ਹੈ। ਸੁਰਤ ਉੱਚੀ ਉੱਠਦੀ ਹੈ ਕਿਉਂਕਿ ਸ਼ਬਦ ਦਾ ਕੰਮ ਹੀ ਇਹ ਹੈ ਕਿ ਜਦੋਂ ਸ਼ਬਦ ਦਾ ਸੁਰਤ ਨਾਲ ਮੇਲ ਹੁੰਦਾ, ਸ਼ਬਦ ਉੱਪਰ ਲੈ ਕੇ ਜਾਂਦਾ। ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਸ਼ਬਦ ਉੱਪਰ ਲੈ ਕੇ ਜਾਂਦਾ। ਪਰ ਹੁਣ ਇਹ ਬਣੀ ਰਹੇ ਸਥਿਤੀ ਤਾਂ ਲਗਾਤਾਰ ਅਭਿਆਸ ਅਤੇ ਨੇਮ ਦੀ ਵੀ ਲੋੜ ਹੈ ਅਤੇ ਗੁਰੂ ਦੀ ਕਿਰਪਾ ਦੀ ਵੀ ਲੋੜ ਹੈ, ਸਤ ਸੰਗਤ ਦੀ ਵੀ ਲੋੜ ਹੈ। ਕਿਉਂ? ਸਤ ਸੰਗਤ ਇੱਕ ਐਸੀ ਜਾਣੀ ਹੈ ਜਿੱਥੇ ਇੱਕੋ ਨਾਮ ਬਖਾਣੀ ਹੈ। ਹੁਣ ਜੋ 6ਵਾਂ ਚੱਕਰ ਹੈ ਲਾਸਟ, ਇਹਨੂੰ ਕਰੋਸ ਕਰਕੇ ਉਹਨੂੰ ਕਹਿੰਦੇ ਨੇ ਆਗਿਆ ਚੱਕਰ। ਆਗਿਆ ਚੱਕਰ ਦੇ ਵਿੱਚ ਕਪਾਟ ਖੁੱਲ੍ਹ ਜਾਂਦੇ ਨੇ, ਸਭ ਚਾਨਣ ਹੋ ਜਾਂਦਾ ਹੈ, ਪਤਾ ਚੱਲ ਗਿਆ ਕਿ ਮਸਲਾ ਕੀ ਹੈ।
ਮੈਂ ਮੁੜ ਮੁੜ ਗਰਭ ਜੂਨਾਂ ਦੇ ਵਿੱਚ ਕਿਉਂ ਪੈਨਾ, ਇਹਦਾ ਕੀ ਕਾਰਨ ਹੈ? ਮੁੜ ਮੁੜ ਕੇ ਮੇਰੀ ਇਸ ਤਰ੍ਹਾਂ ਦੀ ਹੋਣੀ ਕਿਉਂ ਹੁੰਦੀ ਹੈ? ਕਿਉਂਕਿ ਗੁਰੂ ਨੇ ਬਖਸ਼ਿਸ਼ ਕਰ ਦਿੱਤੀ ਅਤੇ ਉੱਥੇ ਜਾ ਕੇ ਸੁਨ ਸਮਾਧ ਤਹਿ ਅਨਹਦ ਨਾਦ, ਉਹ ਜੋ ਸੁਖਮਨੀ ਸਾਹਿਬ ਦੀ ਪੰਕਤੀ ਹੈ, ਉੱਥੇ ਜਾ ਕੇ ਸੁਨ ਸਮਾਧ ਹੋ ਗਏ ਅਤੇ ਅਨਹਦ ਨਾਦ ਬਣ, ਜਿੱਥੇ ਜਾ ਕੇ ਉਹ ਆਚਰਜ ਜਿਹੜਾ ਰੂਪ ਹੈ, ਜੋ ਬਿਸਮਾਦ ਰੂਪ ਹੈ, ਉਹ ਪ੍ਰਗਟ ਹੋ ਗਿਆ। ਇੱਥੋਂ ਚੱਲਣੀ ਯਾਤਰਾ, ਸੁਨ ਸਮਾਧ ਤਹਿ ਅਨਹਦ ਨਾਦ। ਔਰ ਲਾਸਟ ਪੰਕਤੀ ਦੇ ਵਿੱਚ ਜਾਂਦਾ ਕਿ ਆਚਰਜ ਬਿਸਮਾਦ, ਬਿਸਮਾਦ 'ਚ ਆ ਗਿਆ, ਹੈਰਾਨੀ 'ਚ ਆ ਗਿਆ। ਬਿਸਮਾਦ ਵਾਲਾ ਜੋ ਪੌੜੀ ਆਪਾਂ ਸਦੀ ਕੀ ਵਾਰ 'ਚ ਸਰਵਣ ਕਰਦੇ ਹਾਂ, ਉਹ ਬਿਸਮਾਦ, ਉਹ ਸਾਥੋਂ ਵਿਸਰ ਗਿਆ, ਸਾਡੇ 'ਚ ਹੈ ਨਹੀਂ ਹੈ। ਮਹਾਰਾਜ ਬਖਸ਼ਿਸ਼ ਕਰਨ, ਕਿਰਪਾ ਕਰਨ ਕਿ ਇਹ ਸ਼ਕਤੀਆਂ ਜੋ ਸਾਨੂੰ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ਿਸ਼ ਕੀਤੀਆਂ ਨੇ, ਇਹਦਾ ਪ੍ਰਯੋਗ ਕਰਨਾ ਸਤਿਗੁਰੂ ਨੇ ਸਾਨੂੰ ਸਿਖਾਇਆ ਕਿ ਭਾਈ ਕਿਵੇਂ ਕਰ ਸਕਦਾ। ਹੁਣ ਅਸੀਂ ਜਦੋਂ ਉਹਦੇ ਲਈ ਯਤਨ ਨਹੀਂ ਕਰਦੇ, ਅਸੀਂ ਚੱਲ ਕੇ ਸਤ ਸੰਗਤ 'ਚ ਨਹੀਂ ਆਉਂਦੇ, ਬਾਣੀ ਪੜ੍ਹਦੇ ਨਹੀਂ ਆ, ਸੁਣਦੇ ਨਹੀਂ ਆ, ਵਿਚਾਰਦੇ ਨਹੀਂ ਆ, ਉਸ ਤਰ੍ਹਾਂ ਦੇ ਅਸੀਂ ਹੁਣੇ ਪੰਦਰਵਾੜਾ ਚੱਲ ਰਿਹਾ, ਜੋ ਸ਼ਹੀਦੀ ਦਿਹਾੜਾ ਚੱਲ ਰਿਹਾ ਨੇ, ਕਿਸ ਤਰ੍ਹਾਂ ਗੁਰੂ ਸਾਹਿਬ ਦਾ ਜੋ ਦੁਨਿਆਵੀ ਰੂਪ ਦੇ ਵਿੱਚ ਉਹਨਾਂ ਨੇ ਆ ਕੇ ਇੱਥੇ ਸਾਡੇ 'ਤੇ ਬਖਸ਼ਿਸ਼ ਕੀਤੀ, ਉਹ ਸਾਡੇ ਤੋਂ ਵਿਸਰੇ ਹੋਏ ਨੇ। ਮੈਨੂੰ ਇੱਕ ਭਾਈ ਸਾਹਿਬ ਮਿਲਿਆ, ਕਹਿੰਦੇ ਜੇ ਆਹ ਮਹੀਨਾ ਨਹੀਂ ਸੀ ਨਾਈ ਦੀ ਦੁਕਾਨ 'ਤੇ ਜਾਂਦੇ, ਆਹ ਮਹੀਨਾ ਉੱਧਰ ਦਾ ਸੀ, ਕਿਉਂਕਿ ਉਸ ਪਾਸੇ ਜਿੱਥੇ ਗੰਗੂ ਬ੍ਰਾਹਮਣ ਵਗੈਰਾ ਉਹਨਾਂ ਨਗਰਾਂ ਦਾ ਸੀ ਬਾਈ ਉਹ। ਮੈਂ ਵੀ ਇਹ ਮਹੀਨਾ, ਕਹਿੰਦੇ ਸਾਨੂੰ ਇਹ ਮਹੀਨੇ ਦਾ ਐਂ ਲੱਗਦਾ ਵੀ ਇਹ ਮਹੀਨੇ ਨਹੀਂ ਜਾਣਾ ਚਾਹੀਦਾ। ਮੈਂ ਵੀ ਸਦੇ ਹੀ ਨਹੀਂ ਜਾਣਾ ਚਾਹੀਦਾ। ਉਹਨਾਂ ਨੇ ਤਾਂ ਸਦਾ ਲਈ ਸਾਡੇ ਲਈ ਕੁਰਬਾਨੀਆਂ ਕੀਤੀਆਂ ਨੇ। ਤਖਤ ਸ਼੍ਰੀ ਕੇਸਗੜ੍ਹ ਸਾਹਿਬ ਕੇਸਾਂ ਦੀ ਤਾਂ ਬਹੁਤ ਵੱਡੀ ਮਹੱਤਤਾ, ਜਾਣਾ ਹੀ ਨਹੀਂ ਚਾਹੀਦਾ ਕਿ ਕਤਲ ਕਰਾਉਣ ਦੇ ਲਈ। ਚਲੋ ਮਹਾਰਾਜ ਕਿਰਪਾ ਕਰਨ, ਜੇ ਇੰਨੀ ਕੁ ਸੋਝੀ ਹੈ ਕਿ ਇਹ ਮਹੀਨੇ ਨਹੀਂ ਹੋ ਸਕਦਾ, ਸਾਰੇ ਮਹੀਨੇ ਹਟ ਜਾਓ, ਨਾ ਹੀ ਕਰਾਓ। ਸੋ ਉਹ ਗੱਲਾਂ, ਉਹ ਇਤਿਹਾਸ ਸਾਨੂੰ ਜਾਣਕਾਰੀ ਹੋਣੀ ਬਣਦੀ ਹੈ ਕਿ ਕਿਵੇਂ ਸਾਡੀ ਰਸਨਾ ਸੁੱਚੀ ਹੋਣੀ ਹੈ, ਕਿਵੇਂ ਉੱਥੇ ਜਾ ਕੇ ਅਨਹਦ ਨਾਦ ਦੀ ਪ੍ਰਾਪਤੀ ਹੋਣੀ ਹੈ। ਇਕੱਲਾ ਪੜ੍ਹਨ ਨਾਲ ਨਹੀਂ ਵੱਜਣੇ, ਪੜ੍ਹੀ ਜਾਣੇ ਪਰ ਬਾਜੇ ਆਨ ਦੇ ਤੂਰੇ ਵੱਜੇ ਨਹੀਂ ਵੱਜੇ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਸਾਡੇ 'ਤੇ ਬਖਸ਼ਿਸ਼ ਕਰਨ, ਮਿਹਰ ਕਰਨ ਕਿ ਇਹ ਜਿਹੜੀ ਹਾਲਤ ਹੈ ਤਾਂ ਬਣਨੀ ਹੈ। ਸੋ ਗੁਰੂ ਕਿਵੇਂ ਸਾਡੀ ਹਾਲਤ ਉਹ ਬਣ ਸਕਦੀ ਹੈ, ਉਸ ਦੇ ਲਈ ਸਤਿਗੁਰੂ ਸਾਨੂੰ ਸੁਚੇਤ ਕਰਦੇ ਨੇ। ਸਾਨੂੰ ਜਨਮ ਇਸ ਕਰਕੇ ਮਿਲਿਆ ਕਿ ਮਨੁੱਖਾ ਜਨਮ ਜੇ ਅਸੀਂ ਲਾਹੇ ਪ੍ਰਾਪਤ ਕਰ ਸਕੀਏ ਤਾਂ ਹੋਣਗੇ ਜੇ ਸੋਝੀ ਹੋਊਗੀ। ਸੋਝੀ ਕਿੱਥੇ ਹੋਊਗੀ? ਇੱਥੇ, ਹੋਰ ਕੋਈ ਜਗ੍ਹਾ ਨਹੀਂ ਹੈ। ਹੋਰ ਕੋਈ ਦੁਨਿਆਵੀ ਪੁਸਤਕਾਂ ਜਾਂ ਕੋਈ ਹੋਰ ਕਰਨ ਦਾ ਕੋਈ ਲਾਭ ਨਹੀਂ ਹੋਣਾ। ਲਾਭ ਕੇਵਲ ਅਤੇ ਕੇਵਲ ਗੁਰੂ ਦੀ ਇਸ ਓਟ ਆਸਰਾ ਲੈ ਕੇ, ਕਿਉਂਕਿ ਗੁਰੂ ਪ੍ਰਗਟ ਗੁਰਾਂ ਕੀ ਦੇ ਆਪਾਂ ਰੋਜ਼ ਪੜ੍ਹਦੇ ਹਾਂ, ਹੁਣ ਵੀ ਆਪਾਂ ਸੁਣ ਕੇ ਹਟੇ ਹਾਂ। ਦਰਸ਼ਨ 4 ਤਰ੍ਹਾਂ ਦੇ ਲਿਖਦੇ ਨੇ ਭਾਈ ਕਾਨ ਸਿੰਘ ਨਾਭਾ। ਸਰਾਵਣ ਦਰਸ਼ਨ ਹੈ, ਚਿੱਤਰ ਦਰਸ਼ਨ ਹੈ, ਸੁਣਨ ਦੇ ਨਾਲ, ਚਿੱਤਰ ਦੇਖਣ ਦੇ ਨਾਲ ਦਰਸ਼ਨ ਹੋ ਸਕਦੇ ਨੇ। ਸੋ ਪ੍ਰਤੱਖ ਦਰਸ਼ਨ ਨੇ ਜਿਹੜੇ ਦੇਹ ਦੇ ਕਰਦੇ ਆਪਾਂ ਨੇ। ਸੋ ਜਿੰਨੇ ਇਸ ਤਰ੍ਹਾਂ ਦੇ ਦਰਸ਼ਨ ਆਉਂਦੇ ਨੇ, ਸੁਣਨ ਦੇ, ਵੇਖਣ ਦੇ, ਪ੍ਰਤੱਖ ਵੇਖਣ ਦੇ, ਸੁਪਨ ਦਰਸ਼ਨ, ਸੁਪਨੇ ਦੇ ਵਿੱਚ। ਹੁਣ ਕਦੇ ਆਪਾਂ ਧਿਆਨ ਨਾਲ ਦੇਖੀਏ, ਕਿਸੇ ਮੁਸਲਮਾਨ ਨੂੰ ਜੇ ਆਪਾਂ ਕਦੇ ਗੱਲ ਕਰਦੇ ਹਾਂ ਦੁਨਿਆਵੀ ਤੌਰ 'ਤੇ, ਕਦੇ ਉਹਨੂੰ ਇਹਨੇ ਕਹਿਣਾ ਵੀ ਮੈਨੂੰ ਰਾਮ ਚੰਦਰ ਦੇ ਦਰਸ਼ਨ ਹੋ ਗਏ, ਕਦੇ ਵੀ ਨਹੀਂ ਕਹਿੰਦਾ। ਉਹ ਕਿਉਂ? ਕਿਉਂਕਿ ਉਹਦੇ ਸੁਪਨੇ, ਉਹਦੇ ਅੰਦਰ ਇਸ ਤਰ੍ਹਾਂ ਦਾ ਇੱਕ ਭਾਵਨਾ ਬਣੀ ਹੋਈ ਹੈ ਕਿ ਦਰਸ਼ਨ ਹੋਣਗੇ ਤਾਂ ਮੈਨੂੰ ਹਜ਼ਰਤ ਮੁਹੰਮਦ ਸਾਹਿਬ ਦੇ ਹੋਣਗੇ।
ਇਸ ਤਰ੍ਹਾਂ ਸਿੱਖ ਦੀ ਹਾਲਤ ਹੈ। ਉਹ ਕਿਉਂਕਿ ਮੈਨੂੰ ਦਰਸ਼ਨ ਹੁੰਦੇ ਨੇ, ਸੁਪਨਾ ਮੈਨੂੰ ਆਇਆ ਗੁਰੂ ਨਾਨਕ ਸਾਹਿਬ ਦਾ ਚਿੱਤਰ ਮੈਂ ਦੇਖਿਆ, ਮੈਨੂੰ ਸੁਪਨੇ 'ਚ ਗੁਰੂ ਗੋਬਿੰਦ ਸਿੰਘ ਮਹਾਰਾਜ ਮਿਲੇ, ਉਹ ਇਹ ਬੋਲੂਗਾ। ਸੋ ਇਸ ਤਰ੍ਹਾਂ ਨਹੀਂ ਹੈ। ਅਸਲ ਦੇ ਵਿੱਚ ਪ੍ਰਗਟ ਗੁਰਾਂ ਕੀ ਦੇ ਉਸ ਸਮੇਂ ਦੀ ਗੱਲ, ਜਦੋਂ ਗੁਰੂ ਸਾਹਿਬ ਉਸ ਕਾਲ 'ਚ, ਹੁਣ ਕੀ ਹੈ, ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ, ਆਪਾਂ ਰੋਜ਼ੇ ਪੜ੍ਹਦੇ ਹਾਂ ਦੋਹਰਾ। ਸੋ ਸਭ ਸਿੱਖਾਂ ਨੂੰ ਕੋ ਮੈਂ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ। ਹੁਣ ਦੇ ਪ੍ਰਗਟ ਗੁਰਾਂ ਕੀ ਸਤ ਸੰਗਤ ਦੇ ਵਿੱਚ ਅਕਾਲ ਦੀ ਪੂਜਾ, ਸ਼ਬਦ ਦਾ ਪਰਚਾ, ਜੋ ਬਖਸ਼ਿਸ਼ ਕਰਕੇ ਸਾਨੂੰ ਸਮਝਾਉਣਾ ਕੀਤਾ, ਉਹ ਅਸੀਂ ਨੇ ਮੰਨਣਾ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲ ਭਾਈ ਪ੍ਰੇਮਦਾਸ, ਇੱਕ ਇਤਿਹਾਸ ਘਟਨਾ ਲੈ ਕੇ ਆਪਾਂ ਸਮਾਪਤੀ ਕਰਦੇ ਹਾਂ। ਭਾਈ ਪ੍ਰੇਮਦਾਸ ਅਨੰਦਪੁਰ ਸਾਹਿਬ ਸੇਵਾ 'ਚ ਗਿਆ, ਸੇਵਾ ਕਰਦਾ ਰਿਹਾ, ਅਤੇ ਗੁਰੂ ਸਾਹਿਬ ਕਹਿਣ ਲੱਗੇ ਵੀ ਐਂ ਕਰ ਪ੍ਰੇਮਦਾਸ, ਤੂੰ ਜਾ ਲਹਿੰਦੇ ਵਾਲੇ ਪਾਸੇ ਸਿੱਖੀ ਦਾ ਪ੍ਰਚਾਰ ਕਰਨਾ, ਉੱਧਰ ਜਾ ਤੂੰ, ਤੈਨੂੰ ਮੇਰਾ ਹੁਕਮ ਹੈ। ਉਹ ਕਹਿਣ ਲੱਗੇ ਜੀ ਗੁਰੂ ਸਾਹਿਬ ਮੈਂ ਤੁਹਾਡੇ ਰੋਜ਼ ਇੱਥੇ ਦਰਸ਼ਨ ਕਰਦਾ, ਪ੍ਰਤੱਖ ਦਰਸ਼ਨ, ਮੈਨੂੰ ਐਂ ਥੋੜ੍ਹਾ ਜਿਹਾ ਔਖਾ ਲੱਗਦਾ ਵੀ ਮੈਂ ਜਾਵਾਂ ਤੁਹਾਡੇ ਇਸ ਦਰਬਾਰ 'ਚੋਂ ਜਾਊਂਗਾ ਤਾਂ ਮੈਂ ਤੁਹਾਡਾ ਹੁਕਮ ਮੰਨਣਾ ਹੈ, ਪਰ ਮੈਂ ਤੁਹਾਡੇ ਦਰਸ਼ਨ ਕਿਵੇਂ ਕਰਿਆ ਕਰੂੰਗਾ, ਤੁਹਾਡੇ ਦਰਸ਼ਨ ਚਾਹੀਦੇ। ਅਤੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਚਨ ਕੀਤਾ ਵੀ ਸਿੱਖਾ ਇਹ ਕੋਈ ਨਹੀਂ ਹੈ, ਤੂੰ ਕਿਸੇ ਵੀ ਗੁਰਸਿੱਖ ਦੇ ਦਰਸ਼ਨ ਕਰ ਲਿਆ ਕਰੀ, ਮੇਰੇ ਉਹਦੇ ਵਿੱਚ ਨੇ। ਖਾਲਸਾ ਮੇਰਾ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰਾਂ, ਮੈਂ ਤਾਂ ਉਹਦੇ ਵਿੱਚ ਹੀ ਬੈਠਾ, ਉਹਦੇ ਦਰਸ਼ਨ ਕਰ ਲਿਆ ਕਰੇ। ਉਹਨੇ ਫਿਰ ਸ਼ੰਕਾ ਪੈਦਾ ਕੀਤਾ ਕਿ ਮਹਾਰਾਜ ਜੇ ਮੈਨੂੰ ਨਾ ਮਿਲਿਆ ਕੋਈ, ਜਿਹੜੇ ਪਾਸੇ ਭੇਜ ਉੱਧਰ ਤਾਂ ਹੈ ਹੀ ਨਹੀਂ ਹੈ, ਉੱਧਰ ਤਾਂ ਗੁਰਸਿੱਖ ਹੀ ਨਹੀਂ ਹੈ, ਪ੍ਰਚਾਰ ਕਰਨਾ ਫਿਰ ਉਹਨਾਂ ਨੂੰ ਸਮਝ ਲੱਗਣੀ ਹੈ, ਫਿਰ ਕੋਈ ਬਣੇਗਾ ਤੁਹਾਡੀ ਕਿਰਪਾ ਨਾਲ, ਉੱਧਰ ਤਾਂ ਹੈ ਹੀ ਨਹੀਂ, ਇਹ ਮੈਂ ਕਿਵੇਂ ਕਰੂੰਗਾ। ਤਾਂ ਗੁਰੂ ਸਾਹਿਬ ਨੇ ਉਹਦੇ ਕੋਈ ਬਚਨ ਕੀਤੇ, ਉਹ ਕਹਿੰਦੇ ਵੀ ਪ੍ਰੇਮਦਾਸ ਤੇਰਾ ਦਾੜਾ ਬੜਾ ਵਧੀਆ ਹੈ, ਬੜਾ ਸੁੰਦਰ ਹੈ, ਬਸ ਤੂੰ ਆਪਦਾ ਦਾੜਾ ਦੇਖ ਲਿਆ ਕਰੀ, ਮੇਰੇ ਦਰਸ਼ਨ ਹੋ ਗਏ। ਇਹ ਹੈ ਕੇਸਾਂ ਦੀ ਮਾਨਤਾ। ਅਤੇ ਉਹਨਾਂ ਦੇ ਨਾਲ ਭਾਈ ਮਹਾਂ ਸਿੰਘ ਬੜੀ ਵਾਲੇ ਭੇਜੇ ਮੋਠ ਬਾਜਰਾ ਲੈ ਕੇ, ਵੀ ਉੱਧਰ ਬੀਜ ਦਿਓ, ਸੰਗਤ ਨੂੰ ਲਾਭ ਹੋਊਗਾ, ਔਰ ਜੋ ਗੁਰੂ ਕੇ ਲੰਗਰ ਨੇ ਉਹਨਾਂ ਦੇ ਵਿੱਚੋਂ ਫਸਲ ਬਣੂਗੀ, ਜਿਸ ਇਤਿਹਾਸ ਦੇ ਪੱਤਰੇ ਬਾਜਦੇ ਆ। ਸਾਨੂੰ ਲੋੜ ਹੈ ਸਤਿਗੁਰੂ ਦੇ ਬਚਨ ਮੰਨਣ ਦੀ, ਸਤਿਗੁਰੂ ਦਾ ਇਤਿਹਾਸ ਪੜ੍ਹਨ ਦੀ, ਉਹ ਕਮਾਉਣ ਦੀ, ਤਾਂ ਕਿ ਸਾਡਾ ਮਨੁੱਖਾ ਜਨਮ ਸਫਲ ਹੋ ਜਾਵੇ। ਇਹ ਜੋ ਜੀਵਨ ਮਿਲਿਆ ਬੜਾ ਹੀ ਅਮੋਲਕ ਹੈ, ਇਸ ਤੋਂ ਉੱਪਰ ਕੋਈ ਨਹੀਂ ਹੈ। ਇਸ ਧਰਤੀ ਮੈਂ ਤੇਰੀ ਸਿੱਕਦਾਰੀ ਹੈ, ਇਸ ਤੋਂ ਇਦੋਂ ਵੱਡਾ ਕੋਈ ਸਰਦਾਰ ਨਹੀਂ ਹੈ ਧਰਤੀ 'ਚ, ਕੋਈ ਕਿੱਡੀ ਬਲਸ਼ਾਲੀ ਪਸ਼ੂ ਹੈ, ਜੋ ਮਰਜ਼ੀ ਹੈ, ਪਰ ਮਨੁੱਖ ਤੋਂ ਸਭ ਥੱਲੇ ਨੇ। ਪਰ ਮਨੁੱਖ ਕਰਦਾ ਕੀ ਹੈ? ਅਤੇ ਕਿੰਨੀ ਵਾਰੀ ਵੇਰਵਾ ਹੈ ਕਿ ਮਨੁੱਖ ਪਸ਼ੂਆਂ ਵਾਲੇ ਕੰਮ ਕਰਦਾ, ਕਰਤੂਤ ਪਸ਼ੂ ਕੀ ਮਾਨਸ। ਕਿਉਂ? ਉਹ 'ਚੋਂ ਤਾਂ ਅਸੀਂ ਨਿਕਲ ਕੇ ਉੱਪਰ ਮਹਾਰਾਜ ਸਾਨੂੰ ਬਖਸ਼ਿਸ਼ ਕੀਤੀ ਹੈ, ਪਹੁੰਚੇ ਹਾਂ। ਤਾਂ ਇਹ ਸਾਡਾ ਜਿਹੜਾ ਜੀਵਨ ਹੈ ਉਸ ਤਰ੍ਹਾਂ ਦਾ ਹੋਵੇ। ਕਿਉਂ ਅਸੀਂ ਨਿੰਦਿਆ, ਚੁਗਲੀਆਂ, ਠੱਗੀਆਂ, ਠੋਰੀਆਂ, ਝੂਠ ਦੇ ਵਿੱਚ ਬੜੇ ਹੋਏ ਹਾਂ। ਔਰ ਉਹ ਰਸ ਨੇ ਜਿਹੜੇ ਫੋਕੇ ਨੇ, ਸਾਨੂੰ ਵਾਰ-ਵਾਰ ਪਰੇਸ਼ਾਨ ਕਰਦੇ ਨੇ, ਕਿਉਂਕਿ ਕੁਦਰਤ ਦਾ ਨਿਯਮ ਹੈ, ਜੋ ਅਸੀਂ ਕੁਛ ਵੰਡਾਂਗੇ ਨਾ, ਕੋਈ ਪਰਤ ਕੇ ਸਾਡੀ ਝੋਲੀ 'ਚ ਪਊਗਾ। ਇਸ ਲਈ ਸਿੱਖ ਸਰਬੱਤ ਦਾ ਭਲਾ ਮੰਨਦਾ। ਮੈਂ ਕੱਲ੍ਹ ਸਰਵਣ ਕਰ ਰਿਹਾ ਸੀ ਕਿ ਕਿਵੇਂ ਦੇਖੋ ਪੱਛਮੀ ਸੱਭਿਅਤਾ ਦਾ ਅਸਰ ਸਾਡੇ 'ਤੇ ਹੁੰਦਾ। ਕਿਸੇ ਨੂੰ ਕੋਈ ਪ੍ਰਾਪਤੀ ਹੋਈ, ਕਿਸੇ ਦੇ ਘਰੇ ਕੋਈ ਪੋਤਰਾ, ਕੋਈ ਬੱਚਾ ਪੋਤਰੀ ਪੈਦਾ ਹੋਈ, ਕਿਸੇ ਨੂੰ ਕੋਈ ਦੁਨਿਆਵੀ ਅਹੁਦਾ ਮਿਲਿਆ, ਕੁਛ ਵੀ ਸਹੂਲਤ ਮਿਲੀ, ਤਾਂ ਆਪਾਂ ਕਹਿੰਦੇ ਵੀ ਤੈਨੂੰ ਵਧਾਈਆਂ, ਕਹਿੰਦਾ ਕਿ ਨਹੀਂ ਜਾ ਕੇ। ਅਤੇ ਉਹ ਕੀ ਕਹਿੰਦਾ? ਥੈਂਕ ਯੂ, ਬਸ ਇੱਥੇ ਆ ਗਿਆ ਵੀ ਧੰਨਵਾਦ ਜੀ ਤੁਹਾਡਾ, ਵੀ ਤੁਸੀਂ ਮੈਨੂੰ ਕਿਹਾ ਤੁਹਾਡਾ ਧੰਨਵਾਦ। ਪਹਿਲਾਂ ਕੀ ਕਹਿੰਦੇ ਬਜ਼ੁਰਗ, ਹੁਣ ਵੀ ਸਿਆਣੇ ਕੀ ਕਹਿੰਦੇ ਨੇ? ਵੀ ਰੱਬ ਤੈਨੂੰ ਦੂਣਾ ਵਧਾਵੇ। ਮੈਨੂੰ ਵਧਾਈਆਂ ਦਿੱਤੀਆਂ, ਆਪਾਂ ਕਹਿੰਦੇ ਵੀ ਤੈਨੂੰ ਵੀ ਰੱਬ ਪਰਮਾਤਮਾ ਵਧਾਵੇ, ਮੇਰੇ ਪੁੱਤਰ ਦਾ ਵਿਆਹ ਤੇਰੇ ਪੁੱਤਰ ਦਾ ਵੀ ਹੋਵੇ। ਇਹ ਸੀ, ਉਹ ਛੱਡਤਾ। ਹੁਣ ਕਹਿੰਦੇ ਮੇਰਾ ਕੰਮ ਤਾਂ ਸਰ ਗਿਆ, ਥੈਂਕ ਯੂ, ਤੂੰ ਉਹਦਾ ਦੇ। ਫਰਕ ਪੈ ਗਿਆ ਗੱਲ। ਇਹ ਸਤ ਸੰਗਤ ਦੇ ਵਿੱਚੋਂ ਸੋਝੀ ਆਉਣੇ ਆ। ਇਕੱਲਾ ਬੰਦਾ ਨਹੀਂ ਸੁੱਖ ਰਹਿ ਸਕਦਾ। ਜੇ ਮੁਹੱਲੇ 'ਚ ਸੁੱਖ ਹੈ ਤਾਂ ਮੈਂ ਸੁਖੀ ਹਾਂ, ਜੇ ਮੁਹੱਲੇ 'ਚ ਅੱਗ ਲੱਗੀ ਹੈ ਤਾਂ ਮੈਂ ਇਕੱਲਾ ਕਿਵੇਂ ਬਚੂੰਗਾ? ਮੈਂ ਆਪਦਾ ਘਰ ਬਚਾ ਸਕਦਾ? 5 ਘਰਾਂ ਦੇ ਵਿਚਾਲੇ ਮੇਰਾ ਘਰ ਹੈ,
ਅਤੇ ਮੈਂ ਕਿਹਾ ਵੀ ਮੇਰਾ ਛੱਡ ਦੇ ਜੀ, ਬਾਕੀ ਉਹ ਤਾਂ ਉਹਨੇ ਤਾਂ ਆਪਦਾ ਕੰਮ ਕਰਨਾ, ਉਹ ਮੈਂ ਕਿਵੇਂ ਬਚੂੰਗਾ? ਜੋ ਉਹ ਉੱਥੇ ਨਹੀਂ ਹੋਊ ਤਾਂ ਮੈਂ ਵੀ ਸ਼ਾਂਤ ਹਾਂ ਪੂਰੇ ਨਗਰ ਦੀ। ਇਸ ਲਈ ਸਾਡੀ ਤਾਂ ਅਰਦਾਸ ਸਫਲ ਉਦੋਂ ਹੁੰਦੇ ਜਦੋਂ ਸਰਬੱਤ ਦਾ ਭਲਾ ਮੰਗਦੇ, ਨਹੀਂ ਤਾਂ ਹੁੰਦੀ ਇਕੱਲੇ ਤਾਂ ਨਹੀਂ ਅਸੀਂ, ਸਾਡੇ ਤਾਂ ਕੋਈ ਨਹੀਂ ਟੋਟਲ। ਇਸ ਲਈ ਗੁਰੂ ਅਸੀਂ ਇਹ ਨਹੀਂ ਕਹਿਣਾ ਕਿ ਵੀ ਫਲਾਨੇ ਦੇ ਧਰਮ, ਕਿਉਂਕਿ ਗੁਰੂ ਸਾਹਿਬ ਦਾ ਇਸ ਤਰ੍ਹਾਂ ਦਾ ਕੋਈ ਵਿਧਾਨ ਹੀ ਨਹੀਂ ਹੈ ਕਿ ਮੈਂ ਇਕੱਲੇ ਹਿੰਦੂਆਂ ਦੀ ਰੱਖੀ ਕਰਨੀ ਹੈ ਜੀ, ਮੈਂ ਉਹਦੇ ਕਾਹ ਛੱਡ। ਅਸੀਂ ਇਸ ਤਰ੍ਹਾਂ ਦੇ ਹੋਛੇ ਬਚਨ ਕਰਦੇ ਹਾਂ ਮਾਫ਼ ਕਰਨਾ ਵੀ ਅਸੀਂ ਤੁਹਾਡੀ ਉਹ ਛੁਡਾ ਲਿਆਂਦੀ ਜੀ, ਉਹ ਲੈ ਗਈ ਸਾਡੇ ਸਿੰਘ, ਐ ਨਹੀਂ। ਉਹ ਸਾਡੀ ਧੀ ਭੈਣ ਹੈ, ਇੱਥੇ ਤਾਂ ਹੈ ਹੀ ਨਹੀਂ ਮਾਨਸ ਕੀ ਜਾਤ ਸਭ ਹੈ, ਇੱਥੇ ਉਹ ਨਹੀਂ ਕੋਈ ਰੌਲਾ। ਸੋ ਉਹ ਸੋਝੀ ਸਾਨੂੰ ਸਤ ਸੰਗਤ 'ਚ ਆਉਣੀ ਹੈ। ਸੋ ਸ਼ਬਦ ਦੀ ਜੋ ਵਿਚਾਰ ਦੇ ਨਾਲ ਆਪਾਂ ਸਾਂਝ ਬਣਾਉਣ ਦਾ ਯਤਨ ਕੀਤਾ ਹੈ। ਬਸੰਤ ਮਹਿਲਾ ਪੰਜਵਾਂ। ਜਿਸ ਬੋਲਤ ਮੁੱਖ ਪਵਿੱਤ ਹੋਏ, ਇਸ ਪੰਕਤੀ ਨੂੰ ਉਦਾਹਰਨ ਬਣਾ ਕੇ ਆਪਾਂ ਨੇ ਸਤਿਗੁਰੂ ਜੋ ਬਖਸ਼ਿਸ਼ ਕੀਤੀ, ਜੋ ਸਮਝ ਦਿੱਤੀ, ਉਹ ਆਪਾਂ ਨੇ ਵਿਚਾਰੀ ਹੈ। ਸੋ ਲੋੜ ਬਣਦੀ ਹੈ ਕਿ ਇਸ ਸਮੇਂ ਦੇ ਵਿੱਚ ਸਾਨੂੰ ਉਸ ਤਰ੍ਹਾਂ ਦਾ ਸਾਰੇ ਸਿੱਖਾਂ ਦਾ ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹ ਗੁਰੂ ਦੇ ਹੁਕਮ ਨੂੰ ਮੰਨਣ ਕੇ ਪਛਾਣ ਕੇ ਕੋਸ਼ਿਸ਼ ਕਰੀਏ ਤਾਂ ਕਿ ਸਾਡਾ ਇਹ ਲੋਕ ਸੁਖੀਆ ਪਰਲੋਕ ਸਹੇਲਾ ਹੋਵੇ। ਸੋ ਅਸੀਂ ਸਰਬੱਤ ਦਾ ਭਲਾ ਮੰਗਣਾ ਹੈ, ਇਕੱਲੇ ਦਾ ਨਹੀਂ ਮੰਗਣਾ। ਜੇ ਮੇਰਾ ਆਪਾਂ ਸਰਬੱਤ ਦੇ ਵਿੱਚ ਮੈਂ ਖੁਦ ਵਿੱਚ ਹੀ ਆ ਗਿਆ, ਸਰਬੱਤ ਮੈਨੇ ਸਾਰੇ, ਜਦੋਂ ਸਾਰਿਆਂ ਦਾ ਮੰਗਿਆ ਤਾਂ ਮੇਰਾ ਪਿੱਛੇ ਰਹਿ ਗਿਆ। ਸੋ ਸਤਿਗੁਰੂ ਰਹਿਮਤ ਕਰਨ, ਬਖਸ਼ਿਸ਼ ਕਰਨ, ਕਿਰਪਾ ਕਰਨ। ਕੇਵਲ ਫਾਰਮੈਲਿਟੀ ਨਹੀਂ ਹੈ, ਬਾਣੀ ਪੜ੍ਹਨੀ ਸੁਣਨੀ, ਬਾਣੀ ਬਿਰਲੇ ਵਿਚਾਰ ਸੀ, ਜੇ ਕੋ ਗੁਰਮੁਖ ਹੋਏ, ਬਾਣੀ ਮਹਾਂਪੁਰਖ ਕੀ ਨਿੱਜ ਘਰ ਵਾਸਾ ਹੋਏ। ਸੋ ਅਸੀਂ ਨਿੱਜ ਘਰ ਦੀ ਪ੍ਰਾਪਤੀ ਕਰਨੀ ਹੈ ਔਰ ਇਹ ਅਰਦਾਸ ਕਰਨੀ ਹੈ ਕਿ ਹਉ ਪੂਤ ਤੇਰਾ, ਤੂੰ ਬਾਪ ਮੇਰਾ। ਬਾਪ ਸ਼ਬਦ ਬੱਬੇ ਨੂੰ ਕਰਨਾ ਪੱਪਾ, ਬਾਪੂ ਆਪਾਂ ਕਹਿੰਦੇ। ਹਉ ਪੂਤ ਤੇਰਾ, ਤੂੰ ਬਾਪ ਮੇਰਾ, ਇੱਕ ਹੈ ਠਾਹਰ ਦੋਹਾਂ ਬਸੇਰਾ। ਆਪਾਂ ਦੋਨਾਂ ਦਾ ਇੱਕੋ ਟਿਕਾਣਾ, ਇੱਕੋ ਜਗ੍ਹਾ 'ਤੇ ਬਸ ਰਹੇ ਹਾਂ। ਮੈਂ ਕਿਉਂਕਿ ਪਿਓ ਪੁੱਤ ਦਾ ਬੜਾ ਡੂੰਘਾ ਰਿਸ਼ਤਾ ਹੈ, ਇਸ ਪਿਓ ਦੇ ਨਾਲ ਜੋੜਨਾ। ਹਉ ਪੂਤ ਤੇਰਾ, ਤੂੰ ਬਾਪ ਮੇਰਾ। ਕਦੇ ਜਿਵੇਂ ਬਾਪੂ ਨੂੰ ਕਹੀਏ ਵੀ ਬਾਪੂ ਕਹਿਣ ਨਾਲ ਹੀ ਕਿੰਨਾ ਉਹਦਾ ਮਨ ਪਸੀਜਦਾ ਦੁਨਿਆਵੀ ਦਾ ਵੀ, ਕਿ ਉਹ ਛੇਤੀ ਛੇਤੀ ਉਹਦੀ ਗੱਲ ਨੂੰ ਟਾਲ ਦੇਣੀ ਹੈ। ਕਿਹਾ ਵੀ ਮੈਂ ਤੇਰਾ ਪੁੱਤਰ ਆ ਜੀ, ਮੈਂ ਕਿਤੋਂ ਮੰਗੂਗਾ? ਆਪਦੇ ਬਾਪੂ ਤੋਂ ਮੰਗੂਗਾ। ਜਦੋਂ ਕਿਹਾ ਵੀ ਠੀਕ ਹੈ। ਮੈਂ ਸਤਿਗੁਰੂ ਸਾਡੇ ਉਹ ਸਮਰੱਥ ਪਿਤਾ ਨੇ ਜਿਹੜੇ ਸਾਨੂੰ ਸਭ ਕੁਛ ਬਖਸ਼ਿਸ਼ ਕਰਦੇ ਨੇ। ਔਰ ਸਭ ਤੋਂ ਵੱਡੇ ਭਾਗ ਇਹ ਨੇ ਕਿ ਗੁਰਸਿੱਖਾਂ ਦੇ ਘਰੇ ਜਨਮ ਹੋਣਾ ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ ਹੈ, ਕਿਉਂਕਿ ਦੁਨੀਆ ਦੇ ਵਿੱਚ ਇਸ ਤੋਂ ਉੱਤਮ ਹੋਰ ਕੁਛ ਵੀ ਨਹੀਂ ਹੈ। ਪਿੱਛੇ ਇਤਿਹਾਸ ਫਰੋਲੀਏ, ਕਈਆਂ ਦੇ ਸਤਿਕਾਰਯੋਗ ਨੇ ਸਾਰੇ ਧਰਮ, ਔਰ ਉਹਨਾਂ ਨੇ ਅਖੀਰ 'ਤੇ ਜਾ ਕੇ ਮੰਨਣਾ ਕੀਤਾ ਕਿ ਵੀ ਜਨਮ ਸਫਲ ਕਰਨ ਦੇ ਲਈ ਇੱਕ ਜਨਮ ਸੋਝੀ ਹੋ ਗਈ ਸਾਰੀ, ਗੁਰਸਿੱਖਾਂ ਦੇ ਘਰੇ ਮਾਲਕਾ ਮੈਨੂੰ ਦੇ, ਧਾਰਨ ਕਰਨਾ ਹੀ ਪਊਗਾ ਤਾਂ ਹੀ ਛੁਟਕਾਰਾ ਹੋਊਗਾ। ਜੇ ਕੋ ਖਾਵੇ ਜੇ ਕੋ ਪੁੰਚੈ ਤਿਸਕਾ ਹੋਏ ਆਧਾਰ। ਇਹ ਇੱਕ ਇਸ ਤਰ੍ਹਾਂ ਦਾ ਸਾਨੂੰ ਸਫਲ ਵਿਧਾਨ ਦਿੱਤਾ ਗਿਆ ਕਿ ਗਰੰਟੀ ਹੈ, ਕੋਈ ਹਸੰਦਿਆਂ ਖਲੰਦਿਆਂ ਭਨੰਦਿਆਂ ਖਵੰਦਿਆਂ ਵਿੱਚ ਹੋਵੇ। ਇਸ ਤੋਂ ਵਧੀਆ ਧਰਮ ਹੋਰ ਕੀ ਹੋ ਸਕਦਾ? ਕੋਈ ਜੰਗਲਾਂ 'ਚ ਜਾਣ ਦੀ ਲੋੜ ਨਹੀਂ, ਕੋਈ ਭਟਕਣ ਦੀ ਲੋੜ ਨਹੀਂ, ਕੋਈ ਵੀ ਨਹੀਂ ਕਹਿੰਦੇ। ਉਹ ਕਹਿੰਦੇ ਉਹਦਾ ਗ੍ਰਹਿਸਥੀ ਜੀਵਨ, ਉਹ ਜੋ ਮੈਂ ਦੱਸਿਆ ਉਸ ਤਰ੍ਹਾਂ ਤੋਂ ਚੱਲ, ਮੈਂ ਤੈਨੂੰ ਗਰੰਟੀ ਦਿੰਦਾ ਕਿ ਤੇਰਾ ਇਹ ਲੋਕ ਵੀ ਸੁਖੀ ਹੋਊਗਾ, ਪਰਲੋਕ ਵੀ ਸਹੇਲਾ ਹੋਊਗਾ। ਪਰ ਅਸੀਂ ਮੰਨਣ ਨੂੰ ਤਿਆਰ ਹੀ ਨਹੀਂ ਹੈ, ਸਾਡੀ ਸਮਝ ਬਣਦੀ ਨਹੀਂ ਹੈ, ਕਿਉਂਕਿ ਅਸੀਂ ਪਹਿਲੇ ਚੱਕਰ 'ਚ ਹੀ ਫਿਰਦੇ ਹਾਂ। ਚੱਕਰ ਬਿੰਨੇ ਤਾਂ ਜਾਣਗੇ ਜੇ ਸਤ ਸੰਗਤ ਕਰਾਂਗੇ। ਸਤ ਸੰਗਤ ਦਾ ਬੈਠਣ ਦਾ ਟਾਈਮ ਹੀ ਨਹੀਂ ਹੈ। ਅਸੀਂ ਸ਼ਬਦ ਵਿਚਾਰ ਨਾਲੋਂ ਬਿਲਕੁਲ ਟੁੱਟ ਚੁੱਕੇ ਹਾਂ। ਕੁਛ ਸਥਾਨ ਨੇ ਜਿੱਥੇ ਬਾਣੀ ਦੀ ਵਿਚਾਰ ਹੁੰਦੀ ਹੈ, ਉਹ ਨਗਰ ਦੇ ਮੁਖੀ ਪ੍ਰਬੰਧਕ ਵੀਰ ਵਧਾਈ ਦੇ ਪਾਤਰ ਨੇ ਜਿਨ੍ਹਾਂ ਨੇ ਪ੍ਰਬੰਧ ਕੀਤਾ ਹੈ। ਸਾਰੇ ਗੁਰਸਿੱਖਾਂ ਦਾ ਇਹ ਹੱਕ ਬਣਦਾ, ਫਰਜ਼ ਬਣਦਾ। ਸੁਣਦਾ ਹੀ ਨਹੀਂ ਹੈ। 10 15 20 35 ਮਿੰਟ ਉਹਨੂੰ ਲੱਗਦਾ ਵੀ ਮੇਰਾ ਸਿਰ ਭਾਰੀ ਭਾਰੀ ਹੋਣ ਲੱਗ ਗਿਆ ਜੀ, ਮੈਥੋਂ ਨਹੀਂ। ਕਹਿੰਦੇ ਛੋਟੀਆਂ ਆਪਾਂ ਭੇਜਿਆ ਕਰੋ, ਆਹ ਰਿਕਾਰਡਿੰਗ ਹੋ ਰਹੀ, ਛੋਟੀ ਰਿਕਾਰਡਿੰਗ ਕਰਿਆ ਕਰੋ। 2 ਮਿੰਟ ਦਾ ਟਾਈਮ ਨਹੀਂ ਸਾਡੇ ਕੋਲ ਸੁਣਨ ਦਾ। ਫਿਲਮ 3 ਘੰਟੇ ਸੁਣਨ ਦਾ ਟਾਈਮ ਹੈ। ਬੱਸ 'ਚ ਯਾਤਰਾ ਕਰੋ, ਉਹਨੇ ਗੰਦੀਆਂ ਫਿਲਮਾਂ ਗੰਦੇ ਗੀਤ ਲਾਏ, ਉਹਨਾਂ ਨੂੰ ਕੋਈ ਮਤਲਬ ਨਹੀਂ ਕਿਹੜਾ ਮਹੀਨਾ ਚੱਲ ਰਿਹਾ ਕੀ ਹੈ, ਵੀ ਤੂੰ ਕੋਈ ਇਤਿਹਾਸ ਲਾ ਕੇ ਸੁਣਾ ਦੇ, ਕੋਈ ਮਤਲਬ ਨਹੀਂ। ਕੋਈ ਨਾ ਕੋਈ ਟੋਕਦਾ, ਉਹ ਬੱਟੇ ਚੱਕ ਜਾਂਦੇ। ਸੋ ਉਹਨਾਂ ਫਜ਼ੂਲ ਵਿਅਰਥ ਦਾ ਫੁਰਨੇ ਸਾਡੇ ਅੰਦਰ ਪਹਿਲਾਂ ਹੀ ਵਾਧੂ ਭਰੇ ਪਏ ਨੇ, ਕੁਝ ਹੋਰ ਚੱਕ ਲਿਆਂਦੇ। ਸੋ ਗੁਰੂ ਮਹਾਰਾਜ ਕਿਰਪਾ ਕਰਨ, ਬਖਸ਼ਿਸ਼ ਕਰਨ। ਇੱਥੇ ਬੜੀ ਵੱਡੀ ਇਸ ਨਗਰ 'ਤੇ ਬਖਸ਼ਿਸ਼ ਮੈਂ ਮੰਨਦਾ ਕਿ ਸਤਿਗੁਰੂ ਦੀ ਹੈ ਹੀ ਹੈ, ਸੰਗਤ ਸੁਲਝੀ ਹੋਈ ਹੈ, ਕਿਉਂਕਿ ਸਾਡੀ ਕੁੰਡਲਣੀ ਸੁਰਜੀ ਸਤ ਸੰਗਤ। ਇਹ ਜਿਹੜੀ ਸੱਪ ਵਾਂਗੂ ਬੈਠੀ ਹੈ ਨਾ ਕੁੰਡਲ ਮਾਰ ਕੇ, ਥੱਲੇ ਨੂੰ ਮੂੰਹ ਹੈ, ਉਹਦਾ ਕਮਲ ਵਿਕਸ ਜਾਣਾ, ਖਿੜ ਜਾਣਾ।
कदों जदों शक्ति उपर चलूगी शब्द नाल। सो शब्द सुनना, शब्द ते सुरत दा समेल है। शब्द गुर पीरा गहर गंभीरा, बिन शब्द है जग बौरा नंग बौला होया फिरदा। सो इन्ने क बेनती स्वीकार करने ने होइयां बेअंत भुलां सतगुरु समर्थ बख्शण जोग ने, होइयां भुलां संगत जो गुरु दा रूप बख्शण जोग है, होइयां भुलां बख्श देना जी, होइयां भुलां दी खिमा बुलाओ फतेह। वाहिगुरू जी का खालसा वाहिगुरू जी की फतेह।